ਮਹੱਲੇ ਦਾ ਬੱਚਾ ਸੀ, ਉਹ खंजर ਹੈਗਾ ਸੀ ਬਹੁਤ ਜੀ, ਉਹ ਮਾਰਿਆ ਸੀ। मैं दफा मारिया। जेल के अंदर कोई वाकयात होते हैं लोगों के साथ? ਪੌੜਿਆਂ ਵਾਸਤੇ ਉਹ ਘਿਓ ਗਰਮ ਕੀਤਾ ਸੀ, ਉਹ ਇੰਜ ਬੈਠਾ ਹੀ ਹਾਲੇ, ਉਹਨੇ ਉਂਝ ਹੀ ਸਰਜੀ ਚੁੱਕਿਆ ਗਰਮ ਹੋ ਕੇ। अस्सलाम वालेकुम। वालेकुम सलाम। क्या नाम है आपका? सर गोहर सुल्तान। कोहर सुल्तान भाई, क्या वाकया पेश आया है आपके साथ? सर वाकया पेश आया कि ਮਹੱਲੇ ਦਾ ਬੱਚਾ ਸੀ ਤੇ ਮਾਸ਼ਾਅੱਲਾ ਬੜਾ ਜਵਾਨ। आपकी उम्र कितनी थी उस टाइम? ਉਸ ਵਕਤ ਮੇਰੀ ਹੈ ਸੀ ਕੋਈ 26 ਸਾਲ ਹੈ ਸੀ, 25-26 ਸਾਲ ਦੇ ਗੇੜ 'ਚ। ਉਹ ਆਪਣਾ ਉਹ ਲੰਘਦਿਆਂ ਆਉਂਦਿਆਂ ਜਾਂਦਿਆਂ ਮਤਲਬ ਸ਼ਰਾਰਤਾਂ ਕਰਦਾ ਸੀ। ਮੈਂ ਉਹਨੂੰ ਬੜਾ ਮਨਾ ਕੀਤਾ, ਯਾਰ ਨਾ ਯਾਰ ਭਾਈ। ਉਹ ਨਹੀਂ ਬਾਜ਼ ਆਇਆ ਬਹੁਤ ਜੀ, ਫਿਰ ਉਹ लड़ाई झगड़ा छेड़ गया थे, ਫਿਰ ਉਹ मारिया किस तरह तुसी? ਉਹ ਖੰਜਰ ਹੈਗਾ ਸੀ ਬਹੁਤ ਜੀ, ਉਹ ਮਾਰਿਆ ਸੀ ਫਿਰ। ਤੇ ਲੜਾਈ ਸ਼ੁਰੂ ਕਿਸ ਤਰ੍ਹਾਂ ਹੋਈ ਜਿਸ ਦਿਨ ਤੁਸੀਂ ਉਹਦਾ ਕਤਲ ਕੀਤਾ? ਲੜਾਈ ਕਿਸ ਤਰ੍ਹਾਂ ਸ਼ੁਰੂ ਉਹ ਹੋਈ? ਇਸ ਤਰ੍ਹਾਂ ਹੋਈ ਕਿ ਉਹ ਇੱਕ ਇੱਛੇ ਚ ਨਾ ਬੰਦਾ ਖਾ ਰਿਹਾ ਸੀ ਚਾਵਲਾਂ ਦੀ ਦੇਗ, ਚਾਵਲਾਂ ਦੀ ਦੇਗ ਨਾ, ਕਹਿੰਦੇ ਮੈਂ ਦੇਗ ਖਾਇਆ ਹਾਂ ਪੂਰੀ। ਉਹ ਖਾ ਰਿਹਾ ਸੀ, ਉਹਨੂੰ ਵੇਖਣ ਅਸੀਂ ਬੜੀ ਬੜੀ ਦੂਰੋਂ ਆਵਾਮ ਆਈ ਸੀ। ਸਾਨੂੰ 1994 ਦੀ ਗੱਲ ਹੈ, ਉਦੋਂ ਲੋਡ ਸ਼ੈਡਿੰਗ ਹੋ ਰਹੀ ਸੀ ਨਵੀਂ। ਉਹ ਲੋਡ ਸ਼ੈਡਿੰਗ ਦੇ ਦੌਰਾਨ ਹੀ ਜਿਹੜਾ ਵਕੂਆ ਹੋ ਗਿਆ। ਫਿਰ ਤੇ ਲੜਾਈ ਹੋਈ, ਖੰਜਰ ਕਿੱਥੇ ਮਾਰਿਆ ਤੁਸੀਂ? ਫਿਰ ਪੇਟ 'ਚ ਖੰਜਰ ਮਾਰਿਆ। ਕਿੰਨੇ ਵਾਰ ਕੀਤੇ? ਇੱਕੋ ਹੀ ਕੀਤਾ। ਇੱਕ ਦੇ ਵਿੱਚ ਹੀ ਮਾਰ ਗਿਆ ਉਹ? ਤੇ ਫਿਰ ਪਕੜੇ ਕਿਸ ਤਰ੍ਹਾਂ ਗਏ ਹੋ ਤੁਸੀਂ? ਪੇਸ਼ ਹੋ ਗਿਆ ਸੀ ਫਿਰ ਮੈਂ। ਅੱਛਾ, ਖੁਦ ਹੀ ਪੇਸ਼ ਹੋ? ਖੁਦ ਹੀ ਪੇਸ਼ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਸਜ਼ਾ ਕਿੰਨੀ ਹੋਈ? ਫਿਰ ਉਸ ਤੋਂ ਬਾਅਦ ਸਰ ਜੀ ਮੈਂ 18 ਮਹੀਨੇ ਰਿਹਾ ਕੈਂਪ ਜੇਲ੍ਹ ਵਿੱਚ। ਕੈਂਪ ਜੇਲ੍ਹ ਤੋਂ ਬਾਅਦ ਮੇਰਾ 1995 'ਚ ਮਤਲਬ ਕਿ 94 'ਚ ਮਤਲਬ ਕਿ ਨਾ ਮੈਨੂੰ ਇਹ ਹਾਦਸਾ ਹੋਇਆ? ਹਾਂਜੀ। ਅਤੇ 95 'ਚ ਮੈਨੂੰ ਸਜ਼ਾ ਮੌਤ ਦੇ ਆਰਡਰ ਹੋ ਗਏ, ਸੈਸ਼ਨ ਨਹੀਂ ਕੀਤੇ। ਅਤੇ ਉਹ ਮੇਰਾ ਵਕੀਲ ਵਿਕ ਗਿਆ, ਮਤਲਬ ਕਿ ਉਹਨੇ ਕੋਈ ਨਾ ਬਹਿਸ ਕੀਤੀ ਨਾ ਕੋਈ ਕੁਛ ਕੀਤਾ। ਮਤਲਬ ਉਹ ਦੂਜੀ ਸਾਈਡ ਤੇ ਹੋ ਗਿਆ? ਹਾਂਜੀ ਹਾਂਜੀ। ਉਹਨਾਂ ਨੇ ਪੈਸੇ ਖਵਾਏ? ਆਪਾਂ ਬਾਅਦ ਉਹ ਜੱਜ ਨੇ ਕਿਹਾ ਵੀ ਤੇਰੇ ਤੇ ਹੁਣ ਕਤਲ ਵਾਜਬ ਹੋ ਗਿਆ, ਸਾਬਤ ਹੋ ਗਿਆ, ਤੇ ਲਿਹਾਜ਼ਾ ਤੈਨੂੰ ਸਜ਼ਾਏ ਮੌਤ ਦੇ ਨਾਲ 50,000 ਰੁਪਏ ਜੁਰਮਾਨਾ ਹੈ, ਕੋਲ ਲਖਪਤ ਜੇਲ੍ਹ। ਉੱਥੇ ਗਿਆ ਸਾਹਿਬ ਜੀ, ਤੇ ਉੱਥੇ ਫਿਰ ਸਰ ਜੀ 10 ਸਾਲ ਮੈਂ ਰਿਹਾ ਉੱਥੇ ਸਰ, ਤਾਰੀਖੀ 10 ਸਾਲ। ਫਿਰ ਮੇਰੇ ਵਾਲਦ ਸਾਹਿਬ ਨੇ, ਅੱਲਾਹ ਪਾਕ ਉਹਨਾਂ ਨੂੰ ਜਿੰਦਾ ਜਗ੍ਹਾ ਦੇਵੇ, ਉਹਨਾਂ ਨੇ ਫਿਰ ਮੇਰਾ ਕੇਸ ਲਵਾਇਆ, ਉਹ ਹਾਈ ਕੋਰਟ ਲਵਾਇਆ। 10 ਸਾਲ ਤੋਂ ਬਾਅਦ ਲਵਾਇਆ ਕਿ ਪਹਿਲੇ? 10 ਸਾਲ ਤੋਂ ਬਾਅਦ ਖਵਾਜਾ ਸ਼ਰੀਫ ਸਾਹਿਬ ਕੋਲ, ਹਾਈ ਕੋਰਟ ਦੇ ਜੱਜ ਸਨ ਖਵਾਜਾ ਸ਼ਰੀਫ ਸਾਹਿਬ। ਉਹਨਾਂ ਕੋਲ ਫਿਰ ਮੇਰਾ ਕੇਸ ਲੱਗਾ। ਉਹਨਾਂ ਨੇ ਫਿਰ ਮੈਰਿਟ 'ਤੇ ਮੈਨੂੰ ਫੈਸਲਾ ਕੀਤਾ। ਉਹਨਾਂ ਨੇ ਮੈਨੂੰ ਮਤਲਬ ਕਿ ਮੈਂ ਹੈਗਾ ਸੀ ਕਿ ਮੈਂ ਦਫਾ 'ਚ ਮਾਰਿਆ, ਮਤਲਬ ਉਹ ਮੈਂ ਇਕੱਲਾ ਸੀ, ਉਹ 8-9 ਜਣੇ ਸਨ, ਅਤੇ ਉਹ ਮੈਨੂੰ ਪੈ ਗਏ, ਮੈਂ ਉਹਨਾਂ ਦੇ ਖੋ ਕੇ ਉਹਨੂੰ ਮਾਰਤਾ। ਇਸ ਤਰ੍ਹਾਂ ਮਸਲਾ ਹੈ। ਉਹ ਫਿਰ ਉਹਨਾਂ ਨੇ ਉਹ ਦਫਾ 'ਚ ਮੈਨੂੰ ਨਾ ਸਜ਼ਾਏ ਮੌਤ ਖਤਮ ਕਰਤੀ ਅਤੇ 25 ਸਾਲ ਕਰ। ਉਹ ਫਿਰ ਨਵਾਜ਼ ਸ਼ਰੀਫ ਸਾਹਿਬ ਨੇ ਪਾਕਿਸਤਾਨ ਵਿੱਚ ਗੋਲੀ ਮਿਜ਼ਾਈਲ ਦਾ ਤਜਰਬਾ ਕੀਤਾ ਸੀ, ਉਹਨਾਂ ਨੇ ਫਿਰ 5 ਸਾਲ ਮਾफ़ी भेजी कैदियों को, वो माफ़ी मैंने चढ़ गई। अच्छा, मुझे बताएं कि जब आप जेल के अंदर थे, जेल के अंदर कोई वाकयात होते हैं लोगों के साथ, मारना लड़ना झगड़ना? बिल्कुल होते हैं सर। ऐसे होता है कि मतलब रात को सोया वा बंदा, कहते हैं ना सोया मोया बंदा एक बराबर होता है सर। वो रात को सुते पे किसी दे लत्त आ गई, बांह इंज करके आ गई ना, वो बंदे ने गलत फहमी का शिकार हो जाना कि पता नहीं मैनू गलत हिसाब ਨਾਲ ਕੀਤਾ। ਉਹ ਇਸ ਤਰ੍ਹਾਂ ਸਾਡੇ ਮੇਰਾ ਦੋਸਤ ਸੀ ਸਮਲਾਬਾਦ ਦਾ, ਉਹਦੇ ਰਾਤ ਨੂੰ ਇਸ ਤਰ੍ਹਾਂ ਮੁੰਡੇ ਨੇ ਬਾਂਹ ਸੁੱਟਦੀ ਸੀ, ਉਹਨੇ ਖਾਲ ਆ ਰਹੀ ਸੀ। ਉਹਨੇ ਸਾਲ 'ਚ ਕੀ ਕੀਤਾ, ਉਹਨੇ ਪੌੜਿਆਂ ਵਾਸਤੇ ਉਹ ਘਿਓ ਗਰਮ ਕੀਤਾ ਸੀ। ਤੇ ਸਾਨੂੰ ਸਾਡੇ ਸੀਨ ਨੂੰ ਗੁਮਾਨ 'ਚ ਨਹੀਂ ਹੈਗਾ ਸੀ ਕਿ ਇਹ ਸੀਨ ਹੈਗਾ ਕਿ ਇਹਨੇ ਇਹ ਕਰ ਦੇਣਾ। ਉਹਨਾਂ ਦੀ ਢਲਾਈ ਕੋਲ ਅਸੀਂ ਬੰਦ ਸੀ। ਉਹਨੂੰ ਬੁਲਾਇਆ, ਉਹਨੇ ਕਿਹਾ ਤੇਰਾ ਯਾਸ਼ ਲਾ ਦੇ। ਉਹ ਆਇਆ, ਉਹਨੇ ਕਿਹਾ ਬੈਠ ਯਾਰ, ਤੇਰੇ ਪਕੌੜੇ ਬਣਾਏ ਤੈਨੂੰ ਖਵਾਈਏ। ਉਹ ਇੰਝ ਬੈਠਾ ਹੀ ਹਾਲੇ, ਉਹਨੇ ਉਂਝ ਹੀ ਸਰਜੀ ਚੁੱਕਿਆ ਗਰਮ ਹੋ ਕੇ, ਉਹਨੂੰ ਇੰਝ ਲਿਆ। ਉਹ ਸਾਰਾ हाथा पड़ गया। अच्छा, मुझे बताएं कि आपकी शादी हो गई है? सर शादी मेरी हो गई है, लेकिन शादी मैंने आगे कराई है। जब मुझे सजाए मौत हुई तो मेरे वाला साहब, मेरी वालदा, मेरे खानदान सारा उनके गया, उसके आगे हाथ जोड़े, पाँव पड़े कि बेटा देखो साड़ा बेटा पता नहीं
ਵਾਪਸ ਆਉਂਦਾ ਕਿ ਨਹੀਂ ਆਉਂਦਾ, ਉਹਨੂੰ ਸਜ਼ਾ ਮੌਤ ਹੋ ਗਈ ਹੈ ਤੇ ਬੜਾ ਤੂੰ ਆਪਣਾ ਕਰ। मतलब वो मोहब्बत थी आपकी वो, हाँ बस इस तरह ही। मतलब कि मोहब्बत की वजह से उसने बोला मैंने शादी नहीं करनी, इंतज़ार बहुत अरसा किया उसने। बिल्कुल हाँ बस। नाजरीन, ये एक नौजवान का वाक़या है। अक्सर छोटी सी गलती पूरी ज़िंदगी तबाह कर देती है। इस इंसान को उस गुस्से का पछतावा भी है। छोटी सी गलती, 1 मिनट का गुस्सा, खंजर मारना, 11 साल कैद काटना, उसके बाद ज़िंदगी सारी एक अजीब सी ज़िंदगी बन जाती है इंसान की। लेकिन अल्लाह ताला इन चीज़ों से हम सबको महफूज रखे, दूर रखे। और इस इंसान को भी बहुत ज़्यादा पछतावा है इस वाक़ये का। अपने मेज़बान को इजाज़त दीजिए, देखते रहिए लीडर टीवी। अल्लाह हाफ़िज़।